ਸਤਿ ਸ੍ਰੀ ਅਕਾਲ ਜੀ। ਮੈਂ ਡਾਕਟਰ ਮਨਦੀਪ ਕੌਰ, ਪੰਜਾਬੀ ਵਿਭਾਗ, ਹੰਸ ਰਾਜ ਮਹਿਲਾ ਮਹਾਵਿਦਿਆਲਿਆ ਜਲੰਧਰ। ਬੀ-ਵੌਕ ਸਮੈਸਟਰ ਪਹਿਲਾ ਦੇ ਸਿਲੇਬਸ ਦੇ ਵਿੱਚ ਸ਼ਾਮਲ ਕਵਿਤਾ ਹੈ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ, ਭਾਈ ਵੀਰ ਸਿੰਘ ਦੀ ਲਿਖੀ ਹੋਈ ਕਵਿਤਾ ਹੈ। ਇਸ ਕਵਿਤਾ ਨਾਲ ਸੰਬੰਧਿਤ ਪ੍ਰਸ਼ਨ ਦੋ ਤਰ੍ਹਾਂ ਨਾਲ ਆ ਸਕਦੇ ਹਨ। ਇੱਕ ਤਾਂ ਕਵਿਤਾ ਦਾ ਵਿਸ਼ਾ ਵਸਤੂ ਆ ਸਕਦਾ ਹੈ ਜਾਂ ਫਿਰ ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ ਵੀ ਕਰਨ ਲਈ ਕਿਹਾ ਜਾ ਸਕਦਾ ਹੈ। ਅੱਜ ਅਸੀਂ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ਕਵਿਤਾ ਬਾਰੇ ਪੜ੍ਹਾਂਗੇ। ਇਸ ਕਵਿਤਾ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਭਾਗ ਦੇ ਵਿੱਚ ਪ੍ਰਸ਼ਨ ਪੁੱਛਿਆ ਜਾ ਰਿਹਾ, ਦੂਜੇ ਭਾਗ ਦੇ ਵਿੱਚ ਉੱਤਰ ਦਿੱਤਾ ਜਾ ਰਿਹਾ। ਇੱਛਾ ਬਲ ਇੱਕ ਚਸ਼ਮੇ ਦਾ ਨਾਮ ਹੈ ਅਤੇ ਕਵੀ ਨੇ ਇਸ ਚਸ਼ਮੇ ਦਾ ਮਾਨਵੀਕਰਨ ਕੀਤਾ ਹੋਇਆ, ਜਿਸ ਦੇ ਵਿੱਚ ਚਸ਼ਮਾ ਉੱਤਰ ਦੇ ਰਿਹਾ, ਬੋਲਦਾ ਦੱਸਿਆ ਗਿਆ ਚਸ਼ਮੇ ਨੂੰ। ਡੂੰਘੀਆਂ ਸ਼ਾਮਾਂ ਦਾ ਮਤਲਬ ਹੈ ਬਿਲਕੁਲ ਸ਼ਾਮ ਜਦੋਂ ਹੋ ਜਾਂਦੀ ਆ, ਹਨੇਰੇ ਤੋਂ ਕੁਝ ਸਮਾਂ ਪਹਿਲਾਂ ਦਾ ਜਿਹੜਾ ਸਮਾਂ ਹੈਗਾ ਆ, ਜਦੋਂ ਹਨੇਰਾ ਹੋਣ ਸ਼ੁਰੂ ਹੁੰਦਾ, ਹਨੇਰਾ ਹੋਣਾ। ਪਹਿਲੇ ਭਾਗ ਦੇ ਵਿੱਚ ਪ੍ਰਸ਼ਨ ਹੈ, ਕਹਿੰਦੇ ਸਾਂਝ ਹੋਈ ਪਰ ਛਾਵੇਂ ਛੁਪ ਗਏ, ਕਿਉਂ ਇੱਛਾ ਬਲ ਤੂੰ ਜਾਰੀ। ਕਵੀ ਪ੍ਰਸ਼ਨ ਕਰਦਾ ਪਿਆ ਚਸ਼ਮੇ ਨੂੰ, ਜਲ ਧਾਰਾ ਨੂੰ, ਵਾਟਰਫਾਲ ਜਿਹੜਾ ਹੁੰਦਾ ਚਸ਼ਮਾ, ਇੱਛਾ ਬਲ ਹੈ ਜਿਹੜਾ, ਉਹਨੂੰ ਪ੍ਰਸ਼ਨ ਕਰ ਰਿਹਾ ਕਿ ਸਾਂਝ ਹੋ ਚੁੱਕੀ ਆ। ਸਾਂਝ ਮਤਲਬ ਸ਼ਾਮ ਪੈ ਚੁੱਕੀ ਆ, ਸਾਰੇ ਪਰਛਾਵੇਂ ਛੁਪ ਚੁੱਕੇ ਆ। ਕਹਿਣ ਦਾ ਭਾਵ ਸਾਰੇ ਲੋਕ ਆਪੋ ਆਪਣੇ ਘਰੇ ਜਾ ਚੁੱਕੇ ਆ, ਹਨੇਰਾ ਹੋਣਾ ਸ਼ੁਰੂ ਹੋ ਗਿਆ। ਅਤੇ ਇੱਛਾ ਬਲ ਨੂੰ ਪ੍ਰਸ਼ਨ ਪੁੱਛ ਰਿਹਾ ਕਿ ਤੂੰ ਅਜੇ ਵੀ ਨਿਰੰਤਰ ਵਹਿੰਦਾ ਜਾ ਰਿਹਾ, ਅਜੇ ਵੀ ਤੂੰ ਜਾਰੀ ਆ, ਅਜਿਹਾ ਕਿਉਂ। ਪ੍ਰਸ਼ਨ ਪੁੱਛ ਰਿਹਾ। ਅੱਗੇ ਕਹਿੰਦਾ ਨੈ ਸਰੋਧ ਕਰ ਰਹੀ ਉਵੇਂ ਹੀ ਤੇ ਟੁਰਨੋਂ ਵੀ ਨਹੀਂ ਹਾਰੀ। ਨੈ ਹੁੰਦਾ ਜਲ ਧਾਰਾ, ਨਦੀ ਜਾਂ ਪਾਣੀ ਦਾ ਵਹਾਓ, ਜਿਹੜਾ ਸਰੋਧ ਹੁੰਦਾ ਆਵਾਜ਼, ਪਾਣੀ ਦੇ ਚੱਲਣ ਦੀ ਜਿਹੜੀ ਆਵਾਜ਼ ਹੈ ਉਹਦੀ ਗੱਲ ਕਰ ਰਿਹਾ ਕਿ ਜਿਹੜੀ ਪਾਣੀ ਜਾਂ ਜਲ ਧਾਰਾ ਜਾਂ ਚਸ਼ਮੇ ਦਾ ਜਿਹੜਾ ਪਾਣੀ ਆ, ਉਹ ਅਜੇ ਵੀ ਉਹਦੀ ਆਵਾਜ਼ ਉਸੇ ਲੈਅ ਦੇ ਵਿੱਚ, ਉਸੇ ਰਾਗ ਦੇ ਵਿੱਚ ਸੰਗੀਤ ਪੈਦਾ ਕਰਦੀ ਪਈ ਆ, ਅਜੇ ਵੀ ਉਹ ਲੈਅ ਦੇ ਵਿੱਚ ਚੱਲਦੀ ਜਾ ਰਹੀ ਆ। ਅਤੇ ਟੁਰਨੋਂ ਵੀ ਨਹੀਂ ਹਾਰੀ। ਟੁਰਨੋਂ ਮਤਲਬ ਅਤੇ ਤੁਰਨੋਂ ਮਤਲਬ ਨਿਰੰਤਰ ਪਾਣੀ ਜਿਹੜਾ ਵਹਿੰਦਾ ਜਾ ਰਿਹਾ, ਉਹ ਅਜੇ ਤੱਕ ਹਾਰਿਆ ਨਹੀਂ, ਤੁਰਨੋਂ ਨਹੀਂ ਹਾਰਿਆ, ਮਤਲਬ ਰੁਕਿਆ ਨਹੀਂ। ਕੀ ਕਾਰਨ ਹੈ ਕਿ ਉਹ ਅਜੇ ਵੀ ਨਿਰੰਤਰ ਪਾਣੀ ਉਸੇ ਤਰ੍ਹਾਂ ਹੀ ਚੱਲਦਾ ਜਾ ਰਿਹਾ। ਸੈਲਾਨੀ ਅਤੇ ਪੰਛੀ ਮਾਲੀ ਹਨ ਸਭ ਆਰਾਮ ਵਿੱਚ ਆਏ। ਸੈਲਾਨੀ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੇ ਆ, ਭ੍ਰਮਣ ਕਰਦੇ ਆ, ਦੁਨੀਆ ਦੇਖਣ ਲਈ ਨਿਕਲਦੇ ਆ ਕਈ ਵਾਰ। ਪੰਛੀ ਅਤੇ ਮਾਲੀ ਜਿਹੜੇ ਫੁੱਲਾਂ ਦੀ ਰਾਖੀ ਕਰਦੇ ਆ, ਫੁੱਲਾਂ ਨੂੰ ਪਾਲਦੇ ਆ। ਕਹਿੰਦਾ ਸੈਲਾਨੀ ਹੋ ਜਾਣ, ਪੰਛੀ ਹੋ ਜਾਣ, ਚਾਹੇ ਕੰਮਾਂ ਕਾਰਾਂ ਵਾਲੇ ਲੋਕ ਹੋ ਜਾਣ, ਸਾਰੇ ਹੀ ਆਰਾਮ ਵਿੱਚ ਆ ਚੁੱਕੇ ਆ। ਆਪਣੇ ਆਪਣੇ ਕੰਮਾਂ ਤੋਂ ਬਾਅਦ ਆਰਾਮ ਦੀ ਅਵਸਥਾ ਵਿੱਚ ਨੇ, ਘਰਾਂ ਨੂੰ ਜਾ ਕੇ ਆਰਾਮ ਕਰ ਰਹੇ ਆ। ਸਹਿਮ ਸਵਾਦਲਾ ਛਾ ਗਿਆ ਸਾਰੇ ਅਤੇ ਕੁਦਰਤ ਟਿਕ ਗਈ ਸਾਰੀ। ਸਹਿਮ ਹੁੰਦਾ ਡਰ, ਚੁੱਪਚਾਪ। ਸਵਾਦਲਾ ਮਤਲਬ ਉਸ ਚੁੱਪਚਾਪ ਦੇ ਵਿੱਚ ਵੀ ਇੱਕ ਸਵਾਦ ਹੈਗਾ, ਇੱਕ ਆਨੰਦ ਹੈਗਾ। ਜਿਵੇਂ ਬਿਲਕੁਲ ਰਾਤ ਦਾ ਸਮਾਂ ਹੋਵੇ ਅਤੇ ਰਾਤ ਦੇ ਸਮੇਂ ਤੁਸੀਂ ਗੱਲ ਕਰਦੇ ਹੋ ਕਿ ਬਿਲਕੁਲ ਚੁੱਪਚਾਪ ਜਿਹੜੀ ਆ ਚਾਰੇ ਪਾਸੇ ਛਾ ਜਾਂਦੀ ਆ, ਪੂਰੀ ਕੁਦਰਤ ਲੱਗਦੀ ਆ ਜਿਵੇਂ ਇੱਕ ਜਗ੍ਹਾ 'ਤੇ ਟਿਕ ਗਈ ਹੋਵੇ। ਜਿਹੜੀ ਚਹਿਲ ਪਹਿਲ ਆ, ਜਿਹੜੀ ਗਤੀਸ਼ੀਲਤਾ ਆ, ਜਿਹੜੀ ਨਿਰੰਤਰਤਾ ਆ, ਉਹ ਇੱਕਦਮ ਖਲੋ ਜਾਂਦੀ ਹੈ। ਅਤੇ ਕਹਿੰਦਾ ਜਿਵੇਂ ਰਾਤ ਦੇ ਟਾਈਮ 'ਚ ਸਾਰੇ ਪਾਸੇ ਚੁੱਪਚਾਪ ਛਾ ਜਾਂਦੀ ਆ, ਸਾਰੀ ਕੁਦਰਤ ਇੱਕ ਥਾਂ 'ਤੇ ਟਿਕ ਗਈ ਪ੍ਰਤੀਤ ਹੁੰਦੀ ਆ। ਇਸੇ ਤਰ੍ਹਾਂ ਦਾ ਮਾਹੌਲ, ਇਸੇ ਤਰ੍ਹਾਂ ਦੇ ਹਾਲਾਤ ਕਹਿੰਦਾ ਹੁਣ ਹੋਏ ਆ ਕਿ ਸਾਰੇ ਪਾਸੇ ਚੁੱਪਚਾਪ ਛਾ ਚੁੱਕੀ ਆ, ਬਿਲਕੁਲ ਟਿਕਾਓ ਦੇ ਵਿੱਚ ਕੁਦਰਤ ਆ ਚੁੱਕੀ ਆ। ਫਿਰ ਵੀ ਇਹ ਜਿਹੜੀ ਨਦੀ ਆ, ਜਿਹੜਾ ਪਾਣੀ ਆ, ਜਿਹੜਾ ਚਸ਼ਮਾ ਆ, ਉਹ ਨਿਰੰਤਰ ਵਹਿੰਦਾ ਜਾ ਰਿਹਾ, ਅਜਿਹਾ ਕਿਉਂ। ਇਸ ਪੈਰੇ ਦੇ ਵਿੱਚ ਇਸ ਪ੍ਰਸ਼ਨ ਨੂੰ ਪੁੱਛਿਆ ਗਿਆ, ਜਿਹੜਾ ਕਵੀ ਨੇ ਪੁੱਛਿਆ, ਔਰ ਦੂਸਰੇ ਪੈਰੇ ਦੇ ਵਿੱਚ ਚਸ਼ਮਾ ਇਸ ਪ੍ਰਸ਼ਨ ਦਾ ਉੱਤਰ ਕਿਵੇਂ ਦੇ ਰਿਹਾ। ਚਸ਼ਮੇ ਦਾ ਉੱਤਰ ਹੈ, ਕਹਿੰਦਾ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਕਹਿੰਦਾ ਜਿਨ੍ਹਾਂ ਨੇ ਸੀਨੇ ਦੇ ਵਿੱਚ ਖਿੱਚ ਖਾਧੀ ਹੋਵੇ, ਜਿਨ੍ਹਾਂ ਦੇ ਅੰਦਰ ਕੋਈ ਐਕਸਾਈਟਮੈਂਟ ਹੋਵੇ, ਜਿਨ੍ਹਾਂ ਦੇ ਅੰਦਰ ਕਿਸੇ ਚੀਜ਼ ਨੂੰ ਪਾਉਣ ਦੀ ਉਤਸੁਕਤਾ ਹੋਵੇ, ਉਹ ਲੋਕ ਆਰਾਮ ਨਾਲ ਬੈਠ ਨਹੀਂ ਸਕਦੇ, ਉਹ ਆਰਾਮ ਨਹੀਂ ਕਰ ਸਕਦੇ। ਉਹ ਹਮੇਸ਼ਾ ਸੰਘਰਸ਼ ਦੇ ਵਿੱਚ ਪਏ ਰਹਿੰਦੇ ਆ, ਹਮੇਸ਼ਾ ਕੰਮ ਆਪਣਾ ਨਿਰੰਤਰਤਾ ਦੇ ਨਾਲ ਕਰਦੇ ਰਹਿੰਦੇ ਆ।
नेहों वाले नैना की नींदर। ਉਹ ਦਿਨੇ ਰਾਤ ਪਏ ਵਹਿੰਦੇ। ਕਹਿੰਦੇ ਜਿੱਥੇ ਨਿਉ ਲੱਗਾ ਹੋਵੇ, ਜਿੱਥੇ ਪ੍ਰੇਮ ਪਿਆਰ ਹੋਵੇ, ਜਿੱਥੇ ਪਰਮਾਤਮਾ ਨੂੰ ਮਿਲਣ ਦੀ ਇੱਛਾ ਹੋਵੇ, ਕਿਸੇ ਮੰਜ਼ਿਲ ਨੂੰ ਪਾਉਣ ਦੀ ਉਤਸੁਕਤਾ ਹੋਵੇ, ਕਹਿੰਦਾ ਇਹੋ ਜਿਹੇ ਅੱਖਾਂ ਨੈਣ ਹੁੰਦੀਆਂ, ਅੱਖਾਂ ਨੂੰ ਕਹਿੰਦੇ ਨੈਣ। ਕਹਿੰਦਾ ਇਹੋ ਜਿਹੀਆਂ ਅੱਖਾਂ ਦੇ ਵਿੱਚ ਜਿੱਥੇ ਪਿਆਰ ਮੁਹੱਬਤ ਮੋਹ ਦਾ ਵਾਸ ਹੋਵੇ, ਉਹਨਾਂ ਅੱਖਾਂ ਦੇ ਵਿੱਚ ਨੀਂਦਰ ਨਹੀਂ ਪੈਂਦੀ, ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਇਹੋ ਜਿਹੇ ਨੈਣ ਦਿਨੇ ਰਾਤ ਵਹਿੰਦੇ ਰਹਿੰਦੇ ਆ, ਹਮੇਸ਼ਾ ਹੀ ਗਤੀਸ਼ੀਲ ਨਿਰੰਤਰਤਾ ਦੇ ਨਾਲ ਵਹਿੰਦੇ ਰਹਿੰਦੇ ਆ। ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ। ਕਹਿੰਦਾ ਇਹਨਾਂ ਨੂੰ ਹਮੇਸ਼ਾ ਇੱਕੋ ਹੀ ਲਗਨ ਲੱਗੀ ਰਹਿੰਦੀ ਹੈ ਕਿ ਉਹਨਾਂ ਨੇ ਆਪਣੀ ਡੈਸਟੀਨੇਸ਼ਨ ਨੂੰ ਪਾਉਣਾ, ਆਪਣੀ ਮੰਜ਼ਿਲ ਨੂੰ ਪਾਉਣਾ, ਔਰ ਉਹਨਾਂ ਦੀ ਤੋਰ ਜਿਹੜੀ ਉਹ ਅਨੰਤ ਹੁੰਦੀ ਹੈ। ਅਨੰਤ ਮਤਲਬ ਜਿਸ ਚੀਜ਼ ਦਾ ਅੰਤ ਨਹੀਂ ਹੈਗਾ। ਇਹੋ ਜਿਹੀ ਤੋਰ, ਇਹੋ ਜਿਹਾ ਸੰਘਰਸ਼, ਇਹੋ ਜਿਹੀ ਮਿਹਨਤ ਜਿਹਦਾ ਕੋਈ ਅੰਤ ਨਹੀਂ ਹੈਗਾ, ਔਰ ਜਿਹੜੀ ਲਗਨ ਲੱਗੀ ਹੋਈ ਆ ਮੰਜ਼ਿਲ ਨੂੰ ਪਾਉਣ ਦੀ, ਉਹ ਲੱਗੀ ਰਹਿੰਦੀ ਆ ਅਤੇ ਉਹ ਨਿਰੰਤਰਤਾ ਦੇ ਨਾਲ ਹਮੇਸ਼ਾ ਹੀ ਤੁਰਦੇ ਰਹਿੰਦੇ ਆ, ਗਤੀਸ਼ੀਲ ਰਹਿੰਦੇ ਆ। ਵਸਲੋਂ ਉਰੇ ਮੁਕਾਮ ਨਾ ਕੋਈ, ਸੋ ਚਾਲ ਪਏ ਨਿਤ ਰਹਿੰਦੇ। ਕਹਿੰਦਾ ਵਸਲ ਹੁੰਦਾ ਮਿਲਾਪ, ਉਰੇ ਹੋਣਾ ਕਿ ਮਿਲਾਪ ਤੋਂ ਘੱਟ ਉਹਨਾਂ ਨੂੰ ਕੁਛ ਨਹੀਂ ਚਾਹੀਦਾ। ਜੇ ਇੱਕ ਆਤਮਾ ਪਰਮਾਤਮਾ ਨੂੰ ਮਿਲਣ ਦੀ ਇੱਛਾ ਰੱਖਦੀ ਆ ਅਤੇ ਉਸ ਤੋਂ ਉਰੇ ਉਹਨੂੰ ਕੋਈ ਡੈਸਟੀਨੇਸ਼ਨ, ਕੋਈ ਮੰਜ਼ਿਲ ਨਹੀਂ ਦਿਸਦੀ। ਉਹ ਹਮੇਸ਼ਾ ਉਸ ਪਰਮਾਤਮਾ ਦੇ ਨਾਲ ਆਪਣਾ ਮਿਲਾਪ ਲੋਚਦਾ ਆ। ਸੋ ਚਾਲ ਪਏ ਨਿਤ ਰਹਿੰਦੇ। ਸੋ ਇਸ ਲਈ ਉਹ ਹਮੇਸ਼ਾ ਹੀ ਚਾਲ ਵਿੱਚ ਪਏ ਰਹਿੰਦੇ ਆ। ਜਿਹੜੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਆ, ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ, ਉਹ ਰੁਕਦੇ ਨਹੀਂ ਆ। ਉਹ ਹਮੇਸ਼ਾ ਚਾਲ ਵਿੱਚ ਪਏ ਰਹਿੰਦੇ ਆ, ਨਿਰੰਤਰਤਾ ਦੇ ਨਾਲ, ਗਤੀਸ਼ੀਲਤਾ ਦੇ ਨਾਲ ਮਿਹਨਤ ਕਰਦੇ ਰਹਿੰਦੇ ਆ, ਸੰਘਰਸ਼ ਵਿੱਚ ਪਏ ਰਹਿੰਦੇ ਆ। ਨਿਰੰਤਰਤਾ ਉਹਨਾਂ ਦੇ ਜੀਵਨ ਦਾ ਇੱਕ ਅੰਗ ਬਣ ਜਾਂਦੀ ਹੈ। ਬਹੁਤ ਥੈਂਕ ਯੂ, ਸ਼ੁਕਰੀਆ, ਧੰਨਵਾਦ। ਆਸ ਕਰਦੀ ਹਾਂ ਕਿ ਤੁਹਾਨੂੰ ਇਹ ਲੈਕਚਰ ਸਮਝ ਆਇਆ ਹੋਵੇਗਾ। ਧੰਨਵਾਦ।